ਤੁਸੀਂ ਇੱਕ ਰੈਸਟੋਰੈਂਟ ਵਿੱਚ ਗਏ ਹੋਏ ਸੀ ਜਿੱਥੇ ਕਿ ਹੋਰ ਵੀ ਬਹੁਤ ਸਾਰੇ ਲੋਕ ਆਏ ਹੋਏ ਸਨ। ਤੁਹਾਡੇ ਮਨ ਦੇ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਇਹਨਾਂ ਸਾਰੇ ਹੀ ਲੋਕਾਂ ਦੀ ਉਮਰ ਨੋਟ ਕੀਤੀ ਜਾਵੇ। ਤੁਸੀਂ ਉਹਨਾਂ ਲੋਕਾਂ ਦੇ ਕੋਲ ਗਏ ਅਤੇ ਉਹਨਾਂ ਤੋਂ ਉਹਨਾਂ ਦੀ ਉਮਰ ਪੁੱਛੀ ਅਤੇ ਆਪਣੇ ਕੋਲ ਨੋਟ ਕਰ ਲਈ। ਇੱਥੇ ਉਹਨਾਂ ਸਾਰੇ ਲੋਕਾਂ ਦੀ ਉਮਰ ਲਿਖੀ ਹੋਈ ਹੈ ਜੋ ਉਸ ਸਮੇਂ ਰੈਸਟੋਰੈਂਟ ਦੇ ਵਿੱਚ ਆਏ ਹੋਏ ਸੀ। ਹੁਣ ਤੁਸੀਂ ਉਹਨਾਂ ਲੋਕਾਂ ਦੀਆਂ ਉਮਰਾਂ ਤਾਂ ਲਿਖ ਲਈਆਂ, ਫਿਰ ਤੁਹਾਡੇ ਮਨ ਵਿੱਚ ਜਗਿਆਸਾ ਜਾਗੀ ਕਿ ਇਹਨਾਂ ਅੰਕਾਂ ਨੂੰ ਜਾਂ ਇਹਨਾਂ ਅੰਕੜਿਆਂ ਨੂੰ ਹੋਰ ਕਿਸ ਤਰ੍ਹਾਂ ਲਿਖੀਏ ਕਿ ਮੈਨੂੰ ਬੜੀ ਆਸਾਨੀ ਦੇ ਨਾਲ ਪਤਾ ਲੱਗ ਜਾਵੇ ਕਿ ਆਏ ਹੋਏ ਲੋਕਾਂ ਦੇ ਵਿੱਚ ਜਵਾਨ ਲੋਕ ਜ਼ਿਆਦਾ ਸੀ, ਬੱਚੇ ਜ਼ਿਆਦਾ ਸੀ ਜਾਂ ਕਿ ਬਜ਼ੁਰਗ ਜ਼ਿਆਦਾ ਸੀ, ਕਿਉਂਕਿ ਇਹਨਾਂ ਅੰਕਾਂ ਨੂੰ ਦੇਖ ਕੇ ਇਸ ਤਰ੍ਹਾਂ ਦਾ ਕੋਈ ਆਈਡੀਆ ਨਹੀਂ ਲੱਗਦਾ। ਤਾਂ ਇਸ ਦੇ ਲਈ ਕਈ ਤਰੀਕੇ ਹੋ ਸਕਦੇ ਹਨ। ਤੁਸੀਂ ਵੀ ਕੋਈ ਤਰੀਕਾ ਸੋਚੋ ਅਤੇ ਮੈਂ ਵੀ ਕੋਈ ਤਰੀਕਾ ਸੋਚਦਾ ਹਾਂ। ਮੇਰੇ ਸੋਚਣ ਦੇ ਅਨੁਸਾਰ ਤਾਂ ਇਸ ਦਾ ਤਰੀਕਾ ਇਹ ਹੈ ਕਿ ਅਸੀਂ ਨਾ ਸਾਰੇ ਲੋਕਾਂ ਦੀ ਉਮਰ ਨੂੰ ਅਲੱਗ-ਅਲੱਗ ਉਮਰ ਗੁੱਟ ਵਿੱਚ ਲਿਖ ਲਈਏ। ਉਮਰ ਗੁੱਟ ਦਾ ਭਾਵ ਅਸੀਂ ਇੱਥੇ ਲਿਖ ਲਈਏ ਕਿ 0 ਤੋਂ 9 ਸਾਲ ਤੱਕ ਦੇ ਕਿੰਨੇ ਲੋਕ ਹਨ, 10 ਤੋਂ 19 ਸਾਲ ਤੱਕ ਦੇ ਕਿੰਨੇ ਲੋਕ ਹਨ, ਅਤੇ ਇਸ ਤਰ੍ਹਾਂ ਅਸੀਂ ਅੱਗੇ ਉਮਰ ਗੁੱਟ ਬਣਾਉਂਦੇ ਜਾਈਏ। ਤਾਂ ਇਸ ਦੇ ਲਈ ਮੈਂ ਕੀ ਕਰਦਾ ਹਾਂ, ਮੈਂ ਇੱਥੇ ਉਮਰ ਗੁੱਟ ਲਿਖ ਲੈਂਦਾ ਹਾਂ। ਇੱਥੇ ਮੈਂ ਲਿਖ ਲੈਂਦਾ ਹਾਂ ਉਮਰ ਗੁੱਟ। ਸੋ ਉਮਰ ਗੁੱਟ ਲਿਖ ਲੈਂਦਾ ਹਾਂ, ਉਮਰ ਗੁੱਟ। ਅਤੇ ਫਿਰ ਉਸ ਉਮਰ ਗੁੱਟ ਦੇ ਹਿਸਾਬ ਨਾਲ ਲੋਕਾਂ ਦੀ ਗਿਣਤੀ ਲਿਖ ਲਵਾਂਗਾ। ਲੋਕਾਂ ਦੀ ਗਿਣਤੀ ਲਿਖ ਲਵਾਂਗਾ ਕਿ ਅਲੱਗ-ਅਲੱਗ ਉਮਰ ਗੁੱਟ ਦੇ ਵਿੱਚ ਕਿੰਨੇ ਕਿੰਨੇ ਲੋਕ ਹਨ। ਇੱਥੇ ਪਹਿਲਾ ਉਮਰ ਗੁੱਟ ਲੈ ਲੈਂਦੇ ਹਾਂ 0 ਤੋਂ 9, ਫਿਰ 10 ਤੋਂ 19, ਫਿਰ 20 ਤੋਂ 29 ਸਾਲ, ਫਿਰ 30 ਤੋਂ 39, 40 ਤੋਂ 49, ਫਿਰ 50 ਤੋਂ 59 ਅਤੇ ਲਾਸਟ ਦੇ ਵਿੱਚ 60 ਤੋਂ 69, ਕਿਉਂਕਿ 69 ਸਾਲ ਤੋਂ ਵੱਡਾ ਇੱਥੇ ਕੋਈ ਵੀ ਲੋਕ ਨਹੀਂ ਹੈ। ਹੁਣ ਇੱਥੇ ਪਹਿਲਾਂ ਦੇਖ ਲੈਂਦੇ ਹਾਂ ਕਿ ਉਮਰ ਗੁੱਟ 0 ਤੋਂ 9 ਦੀ ਗਿਣਤੀ ਕਿੰਨੀ ਹੈ। ਹੁਣ 0 ਤੋਂ 9 ਤੱਕ ਦੇ ਲੋਕ ਹਨ 1 2 3 4 5 6। 0 ਤੋਂ 9 ਉਮਰ ਗੁੱਟ ਦੇ 6 ਲੋਕ ਹਨ। ਉਸ ਤੋਂ ਅੱਗੇ ਸਾਡੇ ਕੋਲ ਹੈ 10 ਤੋਂ 19 ਸਾਲ ਦਾ ਉਮਰ ਗੁੱਟ। 10 ਤੋਂ 19 ਸਾਲ ਦੇ ਵਿੱਚ ਲੋਕ ਹਨ 1 2 3 3। ਇਸ ਤਰ੍ਹਾਂ 3 ਹਨ ਜੋ 10 ਤੋਂ 19 ਸਾਲ ਦੇ ਵਿੱਚ ਹਨ। ਅੱਗੇ ਸਾਡੇ ਕੋਲ ਗਰੁੱਪ ਹੈ 20 ਤੋਂ 29 ਸਾਲ ਦਾ। 20 ਤੋਂ 29 ਸਾਲ ਦਾ ਇਹ ਉਮਰ ਗੁੱਟ ਹੈ। ਇਸ ਦੇ ਵਿੱਚ 1 2 3 4 4 ਅਤੇ 1 5। 5 ਲੋਕ ਹਨ ਜੋ 20 ਤੋਂ 29 ਸਾਲ ਦੀ ਉਮਰ ਵਿੱਚ ਹਨ। ਅੱਗੇ ਸਾਡਾ ਗਰੁੱਪ ਹੈ 30 ਤੋਂ 39 ਸਾਲ। 30 ਤੋਂ 39 ਸਾਲ, 30 ਤੋਂ 39 ਸਾਲ 1 1 1 1। ਸਿਰਫ ਇੱਕ ਹੀ ਬੰਦਾ ਹੈ ਜੋ 30 ਤੋਂ 39 ਸਾਲ ਦਾ ਹੈ। ਉਸ ਤੋਂ ਅੱਗੇ ਸਾਡਾ ਗਰੁੱਪ ਹੈ 40 ਤੋਂ 49 ਸਾਲ। 40 ਤੋਂ 49 ਸਾਲ ਦੇ ਵਿੱਚ ਸਾਡੇ ਕੋਲ ਹਨ 1 40 ਤੋਂ 49 2। 40 ਤੋਂ 49 ਦੇ ਵਿੱਚ 2 ਲੋਕ ਹਨ। ਅੱਗੇ ਗਰੁੱਪ ਹੈ 50 ਤੋਂ 59 ਸਾਲ। 50 ਤੋਂ 59 ਸਾਲ। 50 ਤੋਂ 59 ਸਾਲ ਦੇ ਵਿੱਚ 1 2 2 ਗਿਣਤੀ ਹੈ 50 ਤੋਂ 59 ਸਾਲ ਦੇ ਵਿੱਚ। ਲਾਸਟ ਸਾਡਾ ਗਰੁੱਪ ਹੈ 60 ਤੋਂ 69 ਸਾਲ। 60 ਤੋਂ 69 ਸਾਲ ਦੇ ਵਿੱਚ ਕੇਵਲ ਇੱਕ ਹੀ ਬੰਦਾ ਹੈ। ਤਾਂ ਇਹ ਇੱਕ ਮੇਰਾ ਤਰੀਕਾ ਸੀ ਜਿਸ ਤਰੀਕੇ ਦੇ ਵਿੱਚ ਮੈਂ ਇਹਨਾਂ ਸਾਰੇ ਲੋਕਾਂ ਦੀ ਉਮਰ ਨੂੰ ਉਮਰਾਂ ਦੇ ਗੁੱਟ ਬਣਾ ਕੇ ਲਿਖ ਲਿਆ। ਹੁਣ ਇਹਨਾਂ ਉਮਰਾਂ ਗੁੱਟਾਂ ਦੇ ਅਨੁਸਾਰ ਲਿਖ ਕੇ ਸਾਨੂੰ ਥੋੜ੍ਹਾ ਜਿਹਾ ਆਸਾਨ ਹੋ ਗਿਆ। ਸਾਨੂੰ ਇਸ ਡਾਟੇ ਨੂੰ ਸਮਝਣ ਦੇ ਵਿੱਚ ਸੌਖੀ ਹੋ ਗਈ ਹੈ। ਹੁਣ ਇੱਥੋਂ ਅਸੀਂ ਦੇਖ ਕੇ ਥੋੜ੍ਹਾ ਜਿਹਾ ਆਸਾਨੀ ਨਾਲ ਦੱਸ ਸਕਦੇ ਹਾਂ ਕਿ ਜਵਾਨ ਅਤੇ ਬੱਚਿਆਂ ਦੀ ਗਿਣਤੀ ਥੋੜ੍ਹੀ ਜ਼ਿਆਦਾ ਹੈ, ਜਦੋਂ ਕਿ ਮੱਧ ਉਮਰ ਵਾਲੇ ਜਾਂ ਬਜ਼ੁਰਗਾਂ ਦੀ ਗਿਣਤੀ ਘੱਟ ਹੈ। ਹੁਣ ਅੱਗੇ ਤੁਸੀਂ ਚਾਹੁੰਦੇ ਹੋ ਕਿ ਇਸ ਡਾਟੇ ਨੂੰ ਮੈਂ ਇੱਕ ਚਿੱਤਰ ਦੇ ਰੂਪ ਦੇ ਵਿੱਚ ਦਰਸਾ ਦੇਵਾਂ। ਹੁਣ ਜਦੋਂ ਇਸ ਡਾਟੇ ਨੂੰ ਇੱਕ ਚਿੱਤਰ ਦੇ ਰੂਪ ਵਿੱਚ ਦਰਸਾਉਣਾ ਹੁੰਦਾ ਹੈ ਤਾਂ ਉਸ ਨੂੰ ਅਸੀਂ ਆਇਤ ਚਿੱਤਰ ਆਖਦੇ ਹਾਂ। ਕੀ ਆਖਦੇ ਹਾਂ? ਉਸ ਨੂੰ ਅਸੀਂ ਆਖਦੇ ਹਾਂ ਆਇਤ ਚਿੱਤਰ। ਆਇਤ ਚਿੱਤਰ। ਆਇਤ ਚਿੱਤਰ ਦੇ ਵਿੱਚ ਅਸੀਂ ਇਸ ਡਾਟੇ ਨੂੰ ਇੱਕ ਚਿੱਤਰ ਦੀ ਫਾਰਮ ਦੇ ਵਿੱਚ ਬਣਾ ਦੇਵਾਂਗੇ, ਜਿਸ ਨੂੰ ਆਇਤ ਚਿੱਤਰ ਆਖਦੇ ਹਾਂ। ਇਸ ਦੇ ਲਈ ਅਸੀਂ ਇੱਥੇ ਇੱਕ ਖੜ੍ਹੇ ਦਾ ਰੇਖਾ ਖਿੱਚ ਲੈਂਦੇ ਹਾਂ ਜੋ ਕਿ ਇਹਨਾਂ ਲੋਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ। ਹੁਣ ਇੱਥੇ ਸਭ ਤੋਂ ਵੱਧ ਗਿਣਤੀ 6 ਹੈ, ਤਾਂ ਇਸ ਨੂੰ ਅਸੀਂ 6 ਭਾਗਾਂ 'ਚ ਵੰਡ ਲੈਂਦੇ ਹਾਂ। 1 2 3 4 5 6। ਇੱਥੇ ਲਿਖ ਲੈਂਦੇ ਹਾਂ 1
2 3 4 5 6 ਅਤੇ ਇੱਕ ਰੇਖਾ ਹੇਠਾਂ ਵਾਲੇ ਪਾਸੇ ਖਿੱਚਦੇ ਹਾਂ ਜੋ ਕਿ ਉਮਰ ਗੁੱਟ ਨੂੰ ਦਰਸਾਉਂਦੀ ਹੈ। ਹੁਣ ਇਹ ਰੇਖਾ ਉਮਰ ਗੁੱਟ ਨੂੰ ਦਰਸਾਉਂਦੀ ਹੈ। ਇੱਥੇ ਸਾਡੇ ਕੋਲ ਉਮਰ ਗੁੱਟ ਹਨ 1 2 3 4 5 6 7। ਸੋ 7 ਉਮਰ ਗੁੱਟ ਹਨ ਤਾਂ ਇਸ ਨੂੰ ਅਸੀਂ 7 ਬਰਾਬਰ ਭਾਗਾਂ ਵਿੱਚ ਵੰਡ ਲੈਂਦੇ ਹਾਂ। 1 2 3 4 5 6 7। ਇੱਥੇ ਸਾਡਾ ਪਹਿਲਾ ਉਮਰ ਗੁੱਟ ਹੈ 0 ਤੋਂ 9 ਸਾਲ ਜਿਸ ਦੇ ਵਿੱਚ ਲੋਕਾਂ ਦੀ ਗਿਣਤੀ 6 ਹੈ। ਸੋ ਪਹਿਲਾ ਸਾਡਾ ਉਮਰ ਗੁੱਟ ਹੈ 0 ਤੋਂ 9 ਸਾਲ ਜਿਸ ਵਿੱਚ ਲੋਕਾਂ ਦੀ ਗਿਣਤੀ 6 ਹੈ ਤਾਂ ਅਸੀਂ ਇੱਥੇ 6 ਦੀ ਲੰਬਾਈ ਤੱਕ ਦੀ ਇੱਕ ਆਇਤ ਬਣਾ ਦਿੰਦੇ ਹਾਂ। ਹੁਣ ਇਹ ਸਾਡੇ ਕੋਲ ਇੱਕ ਆਇਤ ਹੈ ਜੋ ਕਿ 0 ਤੋਂ 9 ਸਾਲ ਤੱਕ ਦੇ ਲੋਕਾਂ ਨੂੰ ਦਰਸਾ ਰਹੀ ਹੈ। ਦੂਜਾ ਉਮਰ ਗੁੱਟ ਹੈ 10 ਤੋਂ 19 ਸਾਲ ਜਿਸ ਵਿੱਚ ਲੋਕਾਂ ਦੀ ਗਿਣਤੀ 3 ਹੈ ਤਾਂ ਇਸ ਨੂੰ ਅਸੀਂ 3 ਤੱਕ ਲੈ ਜਾਵਾਂਗੇ, ਇੱਥੇ ਤੱਕ ਲੈ ਜਾਵਾਂਗੇ ਤਾਂ ਆਹ ਸਾਡੇ ਕੋਲ ਇੱਕ ਆਇਤ ਬਣੀ ਜੋ ਕਿ 10 ਤੋਂ 19 ਸਾਲ ਦੇ ਉਮਰ ਗੁੱਟ ਨੂੰ ਦਰਸਾ ਰਹੀ ਹੈ। ਇਹ ਆਇਤ 10 ਤੋਂ 19 ਸਾਲ ਦੇ ਉਮਰ ਗੁੱਟ ਨੂੰ ਦਰਸਾਉਂਦੀ ਹੈ। ਅਗਲਾ ਉਮਰ ਗੁੱਟ ਹੈ 20 ਤੋਂ 29 ਸਾਲ ਤਾਂ ਇੱਥੇ ਸਾਡੇ ਕੋਲ ਹੈ 20 ਤੋਂ 29 ਸਾਲ ਤੱਕ ਦਾ ਗਰੁੱਪ ਹੈ ਜਿਸ ਦੇ ਵਿੱਚ ਲੋਕਾਂ ਦੀ ਗਿਣਤੀ 5 ਹੈ ਤਾਂ ਇੱਥੇ ਅਸੀਂ ਇੱਕ ਆਇਤ ਚਿੱਤਰ ਬਣਾਉਂਦੇ ਹਾਂ ਜੋ 5 ਤੱਕ ਦੀ ਇੱਕ ਆਇਤ ਬਣਾਉਂਦਾ ਹੈ, ਜੋ 5 ਦੀ ਲੰਬਾਈ ਵਾਲੀ ਆਇਤ ਬਣਾਉਂਦਾ ਹੈ। ਹੁਣ ਇਹ ਸਾਡੇ ਕੋਲ ਇੱਕ ਆਇਤ ਹੈ ਜੋ 20 ਤੋਂ 29 ਸਾਲ ਦੇ ਉਮਰ ਗੁੱਟ ਨੂੰ ਦਰਸਾ ਰਹੀ ਹੈ। ਅਗਲਾ ਗਰੁੱਪ ਹੈ 30 ਤੋਂ 39 ਸਾਲ। 30 ਤੋਂ 39 ਸਾਲ ਤੇ ਲੋਕਾਂ ਦੀ ਗਿਣਤੀ 1 ਹੈ, ਕੇਵਲ ਇੱਕ ਹੀ ਬੰਦਾ ਹੈ ਤਾਂ ਇਸ ਦਾ ਆਇਤ ਚਿੱਤਰ ਬਣ ਗਿਆ, ਇਹ ਵਾਲਾ ਆਇਤ ਚਿੱਤਰ ਬਣ ਗਿਆ। ਅਗਲਾ ਉਮਰ ਗੁੱਟ ਹੈ 40 ਤੋਂ 49 ਸਾਲ। ਸੋ ਇਹ ਹੈ ਸਾਡੇ ਕੋਲ 40 ਤੋਂ 49 ਸਾਲ ਅਤੇ ਲੋਕਾਂ ਦੀ ਗਿਣਤੀ 2 ਹੈ ਤਾਂ ਇੱਥੇ ਅਸੀਂ ਇੱਕ ਆਇਤ ਬਣਾ ਦੇਵਾਂਗੇ ਜਿਸ ਦੀ ਲੰਬਾਈ 2 ਹੈ। ਸੋ ਇਹ ਸਾਡੇ ਕੋਲ ਇੱਕ ਆਇਤ ਹੈ ਜੋ 40 ਤੋਂ 49 ਸਾਲ ਦੇ ਉਮਰ ਗੁੱਟ ਨੂੰ ਦਰਸਾ ਰਹੀ ਹੈ। ਅਗਲਾ ਸਾਡਾ ਗਰੁੱਪ ਹੈ 50 ਤੋਂ 59 ਸਾਲ। ਇਹ ਹੈ ਸਾਡਾ 50 ਤੋਂ 59 ਸਾਲ ਜਿਸ ਦੇ ਵਿੱਚ ਵੀ ਲੋਕਾਂ ਦੀ ਗਿਣਤੀ 2 ਹੈ ਤਾਂ ਇਸ ਦੀ ਆਇਤ ਇਹ ਬਣ ਗਈ ਜੋ 50 ਤੋਂ 59 ਸਾਲ ਦੇ ਉਮਰ ਗਰੁੱਪ ਨੂੰ ਦਰਸਾ ਰਹੀ ਹੈ। ਆਖਰੀ ਸਾਡੇ ਕੋਲ ਗਰੁੱਪ ਹੈ 60 ਤੋਂ 69 ਸਾਲ ਜਿਸ ਵਿੱਚ ਕੇਵਲ ਇੱਕ ਹੀ ਬੰਦਾ ਹੈ। 60 ਤੋਂ 69 ਸਾਲ ਦਾ ਸਾਡਾ ਆਖਰੀ ਗਰੁੱਪ ਹੈ ਜਿਸ ਵਿੱਚ ਕੇਵਲ ਇੱਕ ਹੀ ਬੰਦਾ ਹੈ। ਤਾਂ ਹੁਣ ਤੁਸੀਂ ਇੱਥੇ ਦੇਖਿਆ ਕਿ ਸਾਡੇ ਕੋਲ ਕੁਝ ਲੋਕਾਂ ਦੀ ਉਮਰ ਦੇ ਅੰਕੜੇ ਸਨ। ਇਹਨਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰਨਾ ਬੜਾ ਔਖਾ ਸੀ ਤਾਂ ਉਸ ਦੇ ਲਈ ਅਸੀਂ ਇੱਕ ਤਰੀਕਾ ਅਪਣਾਇਆ। ਸਭ ਤੋਂ ਪਹਿਲਾਂ ਅਸੀਂ ਵੱਖ-ਵੱਖ ਉਮਰ ਗੁੱਟ ਲੈ ਕੇ ਉਮਰ ਗੁੱਟ ਦੇ ਅਨੁਸਾਰ ਦੇਖਿਆ ਕਿ ਹਰੇਕ ਉਮਰ ਗੁੱਟ ਦੇ ਵਿੱਚ ਕਿੰਨੇ ਲੋਕ ਆ ਰਹੇ ਹਨ। ਤਾਂ ਇੱਥੇ ਅਸੀਂ ਉਮਰ ਗੁੱਟ ਬਣਾਏ ਸੀ ਜਿਵੇਂ ਤੁਸੀਂ ਦੇਖ ਹੀ ਰਹੇ ਹੋ 0 ਤੋਂ 9 ਸਾਲ, 10 ਤੋਂ 19 ਸਾਲ, ਇਸ ਤਰ੍ਹਾਂ ਅਸੀਂ ਗੁੱਟ ਬਣਾਏ ਹੋਏ ਸੀ ਅਤੇ ਉਹਨਾਂ ਗੁੱਟਾਂ ਦੇ ਹਿਸਾਬ ਨਾਲ ਅਸੀਂ ਦੇਖਿਆ ਕਿ ਕਿੰਨੇ ਲੋਕਾਂ ਦੀ ਗਿਣਤੀ ਹੈ ਜੋ ਇਸ ਗੁੱਟ ਦੇ ਵਿੱਚ ਆ ਰਹੀ ਹੈ। ਫਿਰ ਅਸੀਂ ਇਸ ਉਮਰ ਗੁੱਟ ਅਤੇ ਗਿਣਤੀ ਵਾਲੇ ਡਾਟੇ ਨੂੰ ਇੱਕ ਚਿੱਤਰ ਦਾ ਰੂਪ ਦੇ ਦਿੱਤਾ। ਹੁਣ ਚਿੱਤਰ ਦੇ ਰੂਪ ਦੇ ਵਿੱਚ ਅਸੀਂ ਦੇਖ ਕੇ ਹੀ ਸਮਝ ਜਾਂਦੇ ਹਾਂ ਕਿ ਡਾਟਾ ਕਿਸ ਤਰ੍ਹਾਂ ਦਾ ਹੈ। ਹੁਣ ਇੱਥੇ ਦੇਖ ਕੇ ਹੀ ਪਤਾ ਲੱਗ ਰਿਹਾ ਹੈ ਜਿਵੇਂ 0 ਤੋਂ 9 ਸਾਲ ਦੇ ਆਮ ਕਰਕੇ ਬੱਚੇ ਹੁੰਦੇ ਹਨ ਅਤੇ 10 ਤੋਂ 19 ਸਾਲ ਤੱਕ ਦੇ ਟੀਨਏਜਰ ਹੁੰਦੇ ਹਨ, 20 ਤੋਂ 29 ਸਾਲ ਤੱਕ ਦੇ ਯੂਥ ਹੁੰਦੇ ਹਨ। ਇਸ ਤਰ੍ਹਾਂ ਇਹ ਸਾਰੇ ਹੀ ਬੱਚੇ ਅਤੇ ਯੂਥ ਹੈ, ਇਹਨਾਂ ਦੀਆਂ ਜੋ ਆਇਤਾਂ ਹਨ ਉਹ ਵੱਡੀਆਂ ਹਨ ਅਤੇ ਇੱਥੇ ਸਾਡੇ ਕੋਲ ਜੋ ਸੀਨੀਅਰਸ ਹਨ ਵੱਡੀ ਉਮਰ ਦੇ ਹਨ ਉਹਨਾਂ ਦੀ ਜੋ ਉਚਾਈ ਹੈ ਉਹ ਘੱਟ ਹੈ। ਤਾਂ ਇੱਥੋਂ ਸਾਨੂੰ ਇਹ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਰੈਸਟੋਰੈਂਟ ਦੇ ਵਿੱਚ ਬੱਚੇ ਅਤੇ ਯੂਥ ਜ਼ਿਆਦਾ ਆਉਂਦੇ ਹਨ ਜਦਕਿ ਸੀਨੀਅਰਸ ਯਾਨੀ ਕਿ ਵੱਡੀ ਉਮਰ ਦੇ ਜੋ ਲੋਕ ਹੁੰਦੇ ਹਨ ਉਹ ਘੱਟ ਆਉਂਦੇ ਹਨ। ਹੁਣ ਬੱਚਿਆਂ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਬੱਚਾ ਆਪਣੇ ਕਿਸੇ ਟੀਨਏਜਰ ਭੈਣ ਭਰਾ ਦੇ ਨਾਲ ਜਾਂ ਆਪਣੇ ਫੈਮਿਲੀ ਦੇ ਨਾਲ ਆ ਹੀ ਜਾਂਦਾ ਹੈ, ਇਸ ਲਈ ਲੱਗਦਾ ਹੈ ਕਿ ਬੱਚਿਆਂ ਦੀ ਗਿਣਤੀ ਸ਼ਾਇਦ ਜ਼ਿਆਦਾ ਹੋਵੇ। ਪਰ ਇਸ ਤਰ੍ਹਾਂ ਦੇ ਇਕੱਠੇ ਕੀਤੇ ਡਾਟੇ ਨੂੰ ਐਨਾਲਿਸਿਸ ਕਰਨਾ ਥੋੜ੍ਹਾ ਔਖਾ ਹੁੰਦਾ ਹੈ, ਪਰ ਜਦੋਂ ਅਸੀਂ ਉਸ ਨੂੰ ਇਸ ਚਿੱਤਰ ਦੇ ਰੂਪ ਦੇ ਵਿੱਚ ਦਰਸਾ ਦਿੰਦੇ ਹਾਂ ਤਾਂ ਇਸ ਨੂੰ ਸਮਝਣਾ ਬੜਾ ਆਸਾਨ ਹੋ ਜਾਂਦਾ ਹੈ।